राम रामदास के तहाँ बृद्ध के धाम। ਰਮਦਾਸ ਨਾਂ ਦੇ ਪਿੰਡ ਵਿੱਚ ਬਾਬਾ ਬੁੱਢਾ ਜੀ ਦਾ ਘਰ ਹੈ ਤੇ ਉੱਥੇ ਕਰੇ ਬਤਾਵਣ ਦਿਨ ਕਿਤਕ ਬ੍ਰਹਮਾਨੰਦ ਵਿਸਰਾਮ। ਉੱਥੇ ਉਹਨਾਂ ਨੇ ਕਈ ਦਿਨ ਟਿਕ ਕੇ ਬਾਬਾ ਬੁੱਢਾ ਸਾਹਿਬ ਨੇ ਬਤੀਤ ਕੀਤੇ। ਤਜਨ ਸਰੀਰ ਸਮਾ ਨੈਰਾਵਾ ਸਕਲ ਭੇਵ ਬੁੱਢੇ ਲਖ ਪਾਵਾ। ਜਦ ਬਾਬਾ ਬੁੱਢਾ ਸਾਹਿਬ ਦਾ ਸਰੀਰ ਛੱਡਣ ਦਾ ਸਮਾਂ ਨੇੜੇ ਆ ਗਿਆ ਤਾਂ ਬਾਬਾ ਬੁੱਢਾ ਸਾਹਿਬ ਨੇ ਸਾਰਾ ਭੇਤ ਜਾਣ ਲਿਆ। ਰਿਦੇ ਮਨੋਰਥ ਐਸੇ ਕੀਨ ਅੰਤ ਸਮੋ ਆਪਣੋ ਢਿਗ ਚੀਨ। ਜਦੋਂ ਉਹਨਾਂ ਨੇ ਆਪਣਾ ਅੰਤ ਸਮਾਂ ਆਪਣਾ ਨੇੜੇ ਆਇਆ ਵੇਖਿਆ, ਸ਼੍ਰੀ ਹਰਿ ਗੋਬਿੰਦ ਹੋਵਹਿ ਤੀਰ ਜਬ ਮੈਂ ਤਿਆਗਨ ਲੱਗੋ ਸਰੀਰ। ਬਾਬਾ ਬੁੱਢਾ ਸਾਹਿਬ ਦੀ ਅੰਤਮ ਇੱਛਾ ਇਹ ਸੀ ਵੀ ਜਦੋਂ ਵੀ ਮੈਂ ਸਰੀਰ ਛੱਡਾਂ ਤੇ ਗੁਰੂ ਹਰਗੋਬਿੰਦ ਸਾਹਿਬ ਮੇਰੇ ਕੋਲ ਹੋਣ। ਜਦੋਂ ਵੀ ਮੈਂ ਸਰੀਰ ਤਿਆਗਣ ਲੱਗਾ, ਕਿਉਂਕਿ ਪਿੱਛੇ ਵੀ ਆਪਾਂ ਸਾਂਝ ਪਾਈ ਸੀ, ਬਾਬਾ ਬੁੱਢਾ ਸਾਹਿਬ ਜੀ ਜਦੋਂ ਨਵੇਂ ਨਗਰ ਜਿੱਥੇ ਮਹਾਰਾਜ ਨੇ ਉਸਾਰਿਆ, ਹਰਗੋਬਿੰਦਪੁਰ ਦਾ ਨਾਮ ਵੀ ਬਾਬਾ ਬੁੱਢਾ ਸਾਹਿਬ ਨੇ ਰੱਖਿਆ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਅੱਗੇ ਵੀ ਇੱਕੋ ਹੀ ਇੱਛਾ ਹੈ, ਉਹ ਮਹਾਰਾਜ ਤੁਸੀਂ ਪੂਰੀ ਕਰਿਓ ਜੇ, ਵੀ ਜਦੋਂ ਵੀ ਮੈਂ ਚਾਹਾਂ ਤੁਸੀਂ ਮੇਰੇ ਕੋਲ ਹੋਵੋ, ਜਦੋਂ ਵੀ ਮੇਰਾ ਅੰਤਲਾ ਸਮਾਂ ਨੇੜੇ ਹੋਵੇ ਤਾਂ। ਇਸ ਲਈ ਅਪਰ ਕਾਜ ਇੱਕ ਔਰ ਲਖਾਉ ਨਿਜ ਸੁਤ ਕੋ ਅਬ ਕਰਪ ਕਰਾਉ। ਕਹਿੰਦੇ ਇੱਕ ਕੰਮ ਮੈਂ ਹੋਰ ਕਰਾਂਗਾ। ਬਾਬਾ ਬੁੱਢਾ ਸਾਹਿਬ ਕਹਿੰਦੇ ਇੱਕ ਤਾਂ ਮੇਰੇ ਕੋਲ ਸਤਿਗੁਰੂ ਹੋਣ ਜਦੋਂ ਮੈਂ ਸਰੀਰ ਛੱਡਾਂ, ਤੇ ਇੱਕ ਮੈਂ ਆਪਣੇ ਪੁੱਤਰ ਦੀ ਉਹਨਾਂ ਨੂੰ ਬਾਹ ਫੜਾਵਾਂਗਾ। ਉਚਿਤ ਆਹੈ ਮੋਕੋ ਇਹ ਕਰਨੀ ਹਮ ਸਗਰੇ ਸਤਿਗੁਰ ਕੀ ਸ਼ਰਨੀ। ਕਹਿੰਦੇ ਇਹ ਬਹੁਤ ਉਚਿਤ ਕੰਮ ਹੈ, ਅਸੀਂ ਸਾਰੇ ਹੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਹਾਂ। ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਵੀ, ਮੇਰਾ ਪਰਿਵਾਰ ਵੀ ਸਤਿਗੁਰੂ ਦੀ ਸ਼ਰਨ ਵਿੱਚ ਹੈ। ਲੋਕ ਪਰਲੋਕ ਆਦ ਅਰ ਅੰਤ ਹਮਰੋ ਨਹਿ ਕੋ ਬਿਨ ਭਗਵੰਤ। ਲੋਕ ਪਰਲੋਕ ਸਭ ਥਾਂ ਤੇ ਗੁਰੂ ਤੋਂ ਬਿਨਾਂ ਸਾਡਾ ਹੋਰ ਕੋਈ ਨਹੀਂ ਹੈ। ਇਮ ਵਿਚਾਰ ਕਰ ਸਿੱਖ ਹਕਾਰਾ ਭਾਉ ਸਮਤ ਜਿਸ ਬਹੁ ਉਰ ਧਾਰਾ। ਇਸ ਤਰ੍ਹਾਂ ਵਿਚਾਰ ਕੇ ਇੱਕ ਸਿੱਖ ਨੂੰ ਬੁਲਾਇਆ, ਨਿਕਟ ਬਿਠਾਏ ਸਕਲ ਸਮਝਾਈ ਗੁਰ ਢਿਗ ਗਮਨੋ ਬਿਮਲ ਬਿਹਾਈ। ਉਸ ਸਿੱਖ ਨੂੰ ਆਪਣੇ ਕੋਲ ਬਿਠਾ ਕੇ ਸਭ ਕੁਝ ਸਮਝਾਇਆ ਤੇ ਇਹ ਗੱਲ ਕਹੀ ਵੀ ਕਿਸੇ ਦੇਰ ਤੋਂ ਬਿਨਾਂ ਗੁਰੂ ਜੀ ਦੇ ਕੋਲ ਜਾਵੋ, ਕਿਸੇ ਦੇਰੀ ਤੋਂ ਬਿਨਾਂ। ਮਮ ਦਿਸ਼ ਤੇ ਇਹ ਬਿਨੈ ਸੁਨਾਵੋ ਦਾਸ ਕਦੀਮੀ ਲਖ ਕਰ ਆਵੋ। ਮੇਰੇ ਵੱਲੋਂ ਇਹ ਬੇਨਤੀ ਸੁਣਾਓ। ਬਾਬਾ ਬੁੱਢਾ ਸਾਹਿਬ ਨੇ ਸਿੱਖ ਨੂੰ ਭੇਜਣਾ ਕੀਤਾ, ਮੇਰੇ ਵੱਲੋਂ ਇਹ ਬੇਨਤੀ ਸੁਣਾਉਣੀ ਹੈ ਜਾ ਕੇ। ਤਿਮ ਅਬ ਬਿਰਧ ਸੰਭਾਰਤ ਆਵੋ ਅਗਹਾਨੀ ਨਿਜ ਦਰਸ਼ ਦਿਖਾਵੋ। ਜਾ ਕੇ ਮਹਾਰਾਜ ਨੂੰ ਬੇਨਤੀ ਕਰੋ, ਪਾਤਸ਼ਾਹ ਆਪਣੇ ਦਰਸ਼ਨ ਵਿਖਾਵੋ। ਬ੍ਰਿਧ ਕੋ ਨਮੋ ਕਰਤ ਸਿੱਖ ਚੱਲਿਓ ਤੂਰਨ ਆਏ ਗੁਰੂ ਸੰਗ ਮਿਲਿਓ। ਬਾਬਾ ਬੁੱਢਾ ਜੀ ਨੂੰ ਨਮਸਕਾਰ ਕਰਕੇ ਸਿੱਖ ਚੱਲ ਪਿਆ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਹਨ ਉਸ ਜਗ੍ਹਾ ਤੇ ਆ ਕੇ ਮਿਲ ਪਿਆ। ਨਮਸਕਾਰ ਕਰ ਬ੍ਰਿਧ ਸੰਦੇਸ਼ਾ ਬੈਠਿਓ ਭਾਖ ਸੁਨਾਏ ਅਸ਼ੀਸ਼ਾ। ਗੁਰੂ ਜੀ ਨੂੰ ਨਮਸਕਾਰ ਕਰਕੇ ਸਿੱਖ ਨੇ ਬਾਬਾ ਬੁੱਢਾ ਸਾਹਿਬ ਦਾ ਸੁਨੇਹਾ ਦਿੱਤਾ। ਸੁਣ ਸਤਿਗੁਰ ਨਿਜ ਪ੍ਰੇ ਕੀ ਬਾਤ ਤਿਆਰੀ ਕਰੀ ਸ਼ੀਘਰ ਸਭ ਭਾਂਤ। ਸਤਿਗੁਰੂ ਜੀ ਨੇ ਆਪਣੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਬੇਨਤੀ ਸੁਣ ਕੇ, ਇਹ ਸੁਨੇਹਾ ਸੁਣ ਕੇ ਬੜੀ ਜਲਦੀ ਮਹਾਰਾਜ ਨੇ ਸਾਰੀ ਤਿਆਰੀ ਕਰਵਾ ਲਈ ਹੈ। ਵਿਦਿਆ ਅਰ ਭਾਈ ਗੁਰਦਾਸ ਬ੍ਰਿਧ ਤਨ ਅੰਤ ਕਹਿਓ ਸਭ ਪਾਸ। ਭਾਈ ਬਿਧੀ ਚੰਦ, ਭਾਈ ਗੁਰਦਾਸ
ਸਭ ਪਾਸ ਗੁਰੂ ਜੀ ਨੇ ਕਿਹਾ, ਪੁਰ ਮੈਂ ਜਥੇਦਾਰ ਇੱਕ ਛੋਰਾ, ਕਿਤ ਕਸੈਣ ਦੇ ਕਰ ਤਿਸ ਠੌਰਾ। ਬਾਬਾ ਬੁੱਢਾ ਜੀ ਦੇ ਸਰੀਰ ਦਾ ਅੰਤ ਹੋਣ ਦਾ ਸਮਾਂ ਆ ਗਿਆ ਹੈ। ਗੁਰੂ ਸਾਹਿਬ ਨੇ ਕਹੀ ਇਹ ਗੱਲ, ਕਿਹਨੂੰ ਕਹੀ? ਭਾਈ ਗੁਰਦਾਸ ਸਾਹਿਬ ਨੂੰ ਤੇ ਭਾਈ ਬਿਧੀ ਚੰਦ ਜੀ ਨੂੰ। ਗੁਰੂ ਪਿਆਰਿਓ, ਉਸ ਨਗਰ ਵਿੱਚ ਇੱਕ ਜਥੇਦਾਰ ਨੂੰ ਛੱਡ ਦਿੱਤਾ, ਕੁਝ ਸੈਨਾ ਉਹਨੂੰ ਦੇ ਦਿੱਤੀ। ਪੁਰ ਜਨ ਸਭ ਕੋ ਧੀਰਜ ਦੀਨ, ਚੜਬੇ ਤਰੰਗ ਹਕਾਰਨ ਕੀਨ। ਨਗਰ ਦੇ ਸਾਰੇ ਲੋਕਾਂ ਨੂੰ ਧੀਰਜ ਦਿੱਤਾ। ਪਾਤਸ਼ਾਹ ਨੇ ਸਵਾਰੀ ਵਾਸਤੇ ਘੋੜੇ ਮੰਗਵਾਏ। ਸਾਰੀ ਸੈਨਾ ਘੋੜਿਆਂ ਤੇ ਸਵਾਰ ਹੋ ਕੇ ਨਾਲ ਸਤਿਗੁਰੂ ਦੇ ਚੱਲ ਪਈ। ਇਸ ਤਰ੍ਹਾਂ ਕੁਛ ਕਸੈਣ ਦੇ ਸੰਗ ਨਿਹਾਲੇ, ਸੌਂਪਿਓ ਪੁਰ ਕੋ ਰਾਖ ਸੰਭਾਲੇ। ਕੁਝ ਸੈਨਾ ਭਾਈ ਨਿਹਾਲੇ ਨੂੰ ਸੌਂਪ ਦਿੱਤੀ। ਮਾਰੇ ਕਹਿੰਦੇ ਨਗਰ ਦੀ ਰਾਖੀ ਕਰਨੀ ਹੈ। ਫਿਰ ਸਤਿਗੁਰੂ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ। ਵੱਡੇ ਬੇਗ ਤੇ ਤਰੰਗ ਚਲਾਏ, ਤੂਰਨ ਪੰਥ ਸੰਪੂਰਨ ਆਏ। ਬੜੀ ਤੇਜ਼ੀ ਨਾਲ ਘੋੜਿਆਂ ਨੂੰ ਭਜਾਇਆ। ਛੇਤੀ ਹੀ ਕੁਝ ਪੈਂਡਾ ਤੈਅ ਕਰ ਲਿਆ। ਰਸਤੇ ਵਿੱਚ ਭਗਤ ਨਾਮਦੇਵ ਸਾਹਿਬ ਦਾ ਸਥਾਨ ਸੀ। ਉੱਥੇ ਸੁੰਦਰ ਦੇਹਰਾ ਬਣਿਆ ਸੀ। ਉਹ ਉੱਥੇ ਉਸ ਜਗ੍ਹਾ ਤੇ ਘੋੜੇ ਤੋਂ ਉਤਰ ਕੇ ਗੁਰੂ ਸਾਹਿਬ ਨੇ ਵੰਦਨਾ ਕੀਤੀ ਤੇ ਫਿਰ ਮਹਾਰਾਜ ਅੱਗੇ ਚੱਲ ਪਏ। ਰਮਦਾਸ ਪਿੰਡ ਦਾ ਜ਼ਿਕਰ ਆਪਾਂ ਸਾਂਝ ਕਰ ਰਹੇ ਹਾਂ। ਗ੍ਰਾਮ ਸਮੀਪ ਜੱਬੈ ਪਹੁੰਚਿਓ, ਦੇਖ ਦੂਰ ਤੇ ਇੱਕ ਨਰ ਗਇਓ। ਜਦ ਪਿੰਡ ਦੇ ਨੇੜੇ ਪਹੁੰਚ ਗਏ ਤਾਂ ਦੂਰੋਂ ਹੀ ਇੱਕ ਮਨੁੱਖ ਉਹਨਾਂ ਨੂੰ ਵੇਖ ਕੇ ਗਿਆ। ਬ੍ਰਿਧ ਜੀ, ਸ਼੍ਰੀ ਹਰਗੋਬਿੰਦ ਆਏ, ਸੁਣਤ ਪ੍ਰੇਮ ਉਮਗਿਓ ਅਧਿਕਾਏ। ਜਾ ਕੇ ਉਸ ਸਿੱਖ ਨੇ ਦੱਸਿਆ ਬਾਬਾ ਬੁੱਢਾ ਜੀ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ। ਇਹ ਸੁਣ ਕੇ ਬਾਬਾ ਬੁੱਢਾ ਜੀ ਬਹੁਤ ਆਨੰਦਿਤ ਹੋ ਗਏ। ਬੜਾ ਪ੍ਰੇਮ ਪੈਦਾ ਹੋਇਆ ਅੰਦਰ, ਅੱਖਾਂ ਵਿੱਚ ਜਲ ਆ ਗਿਆ, ਸਰੀਰ ਦੇ ਸਾਰੇ ਰੋਮ ਖੜੇ ਹੋ ਗਏ ਬਾਬਾ ਬੁੱਢਾ ਸਾਹਿਬ ਦੇ। ਗਦ ਗਦ ਬਾਨੀ ਜਾਏ ਨਾ ਬੋਲਾ, ਮਨੋ ਪ੍ਰੇਮ ਪੂਰਨ ਭਰ ਤੋਲਾ। ਗਲਾ ਭਰ ਆਇਆ ਤੇ ਬੋਲਿਆ ਨਹੀਂ ਸੀ ਜਾਂਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਈ ਇਤਨੇ ਮੈਂ ਗੁਰ ਗਏ ਆਵਾਸ, ਸੰਗ ਲਏ ਵਿਦਿਆ ਗਰਦਾਸ। ਇੰਨੇ ਵਿੱਚ ਗੁਰੂ ਜੀ ਆ ਗਏ। ਉਹਨਾਂ ਦੇ ਨਾਲ ਭਾਈ ਗੁਰਦਾਸ ਹੈ, ਭਾਈ ਬਿਧੀ ਚੰਦ ਹੈ। ਦੇਖਤ ਰਹਿ ਗਏ ਠਾਂਡੇ ਸੁਆਮੀ, ਅੰਤਰ ਲਖੀ ਹਿਰਦੈ ਗਤ ਅੰਤਰ ਜਾਮੀ। ਗੁਰੂ ਜੀ ਖੜੇ ਹੋ ਕੇ ਵੇਖਦੇ ਰਹਿ ਗਏ। ਨਹਿ ਕੱਛ ਕਹਿਓ ਗਇਓ ਰਹਿ ਖਰੇ, ਤਬ ਗੁਰਦਾਸ ਬ੍ਰਿਧ ਪੱਗ ਧਰੇ। ਬਾਬਾ ਬੁੱਢਾ ਸਾਹਿਬ ਬੜਾ ਹਿਰਦੇ ਵਿੱਚ ਪ੍ਰੇਮ ਹੈ, ਗਲੇ ਤੋਂ ਬੋਲਿਆ ਨਹੀਂ ਜਾਂਦਾ। ਭਾਈ ਗੁਰਦਾਸ ਸਾਹਿਬ ਨੇ ਬਾਬਾ ਬੁੱਢਾ ਜੀ ਦੇ ਚਰਨਾਂ ਤੇ ਹੱਥ ਧਰੇ ਤੇ ਵੰਦਨਾ ਕੀਤੀ। ਪ੍ਰੇਮ ਵਿਵਸ ਜਬ ਸਤਿਗੁਰ ਹੇਰੇ, ਤੂਰਨ ਗਹੇ ਪਾਏ ਤਿਸ ਬੇਰੇ। ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਝੁਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਇਧਰ ਗੁਰੂ ਸਾਹਿਬ ਨੇ ਵੀ ਬਾਬਾ ਬੁੱਢਾ ਜੀ ਦੇ ਚਰਨ ਫੜ ਲਏ। ਬੈਠਨ ਕੇ ਸਥਾਨ ਲੈ ਗਏ, ਸਭ ਸਿੱਖ ਬ੍ਰਿਧ ਕੋ ਬੰਧਤ ਪਏ। ਫਿਰ ਬੈਠਣ ਦੇ ਸਥਾਨ ਤੇ ਲੈ ਗਏ ਬਾਬਾ ਬੁੱਢਾ ਸਾਹਿਬ ਨੂੰ। ਸਭ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਬੰਦਨਾ ਕੀਤੀਆਂ, ਬੈਠ ਗਏ। ਬ੍ਰਿਧ ਸਾਹਿਬ ਕਰ ਜੋਰ ਅਚਾਰੀ, ਏ ਕਛ ਰੀਤ ਨਹੀਂ ਨਾ ਤੁਮਾਰੀ। ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਤੁਹਾਡੀ ਨਵੀਂ ਰੀਤ ਨਹੀਂ ਹੈ, ਤੁਸੀਂ ਸੇਵਕਾਂ ਦੇ ਵੱਸ ਹੋ ਕੇ ਕਿਰਪਾ ਕਰ ਦਿਓ। ਕਦੇ ਵੀ ਲੋਕ ਲਾਜ ਨਹੀਂ ਰੱਖਦੇ ਵੀ ਲੋਕ ਕੀ ਕਹਿਣਗੇ। ਆਪਣੇ ਸੇਵਕਾਂ ਲਈ ਬੜੇ ਸਹਾਈ ਹੋ ਤੁਸੀਂ, ਆਪਣਾ ਧਰਮ ਜਾਣ ਕੇ ਇੱਥੇ ਆਏ ਹੋ। ਮਹਾਰਾਜ ਮੇਰਾ ਅੰਤਲਾ ਸਮਾਂ ਨੇੜੇ ਆ ਗਿਆ ਹੈ,
ਕਿਰਪਾ ਧਾਰ ਦਰਸ਼ਨ ਕੋ ਦੀਨਾ, ਨਿਤ ਸਿੱਖਣ ਬਸ ਗੁਰੂ ਪਰਬੀਨਾ। ਤੁਸੀਂ ਕਿਰਪਾ ਧਾਰ ਕੇ ਦਰਸ਼ਨ ਦਿੱਤੇ ਹਨ। ਹੇ ਪ੍ਰਬੀਨ ਗੁਰੂ ਜੀ, ਸਦਾ ਸਿੱਖਾਂ ਦੇ ਵਸ ਵਿੱਚ ਰਹਿੰਦੇ ਹੋ। ਸੁਣ ਸ਼੍ਰੀ ਗੁਰ ਸੁਭ ਉੱਤਰ ਦੀਨਾ, ਤੁਮ ਸਿੱਖੀ ਮਗ ਉਜਲ ਕੀਨਾ। ਇਹ ਸੁਣ ਕੇ ਗੁਰੂ ਸਾਹਿਬ ਨੇ ਉੱਤਰ ਦਿੱਤਾ, ਕਹਿੰਦੇ ਬਾਬਾ ਬੁੱਢਾ ਸਾਹਿਬ, ਤੁਸੀਂ ਸਿੱਖੀ ਮਾਰਗ ਨੂੰ ਬੜਾ ਉਜਲ ਕੀਤਾ ਹੈ। ਜਿਹੜੇ ਆਪ ਜੀ ਦੇ ਆਚਰਨ ਨੂੰ ਫੜਨਗੇ ਉਹ ਸਿੱਖ ਪਾਪਾਂ ਦੀ ਅੱਗ ਵਿੱਚ ਨਹੀਂ ਸੜਨਗੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਜਿਹੜੇ ਸਿੱਖ ਬਾਬਾ ਬੁੱਢਾ ਸਾਹਿਬ ਤੁਹਾਡੇ ਦਰਸਾਏ ਮਾਰਗ ਤੇ ਚੱਲਣਗੇ ਨਾ, ਤੁਹਾਡੇ ਜੀਵਨ ਨੂੰ ਵੇਖ ਵੇਖ ਕੇ ਆਪਣੇ ਜੀਵਨ ਦੀ ਕਮਾਈ ਕਰਨਗੇ, ਉਹ ਪਾਪਾਂ ਦੀ ਅੱਗ 'ਚ ਨਹੀਂ ਸੜਨਗੇ। ਤੋਰ ਨਾਮ ਲੈ ਸਿੱਖੀ ਧਰੈ, ਕਹੋ ਕਿਉਂ ਨਾ ਭਵ ਸਾਗਰ ਤਰੈ। ਜਿਹੜੇ ਤੁਹਾਡਾ ਨਾਮ ਲੈ ਕੇ ਸਿੱਖੀ ਧਾਰਨਗੇ, ਉਹ ਦੱਸੋ ਕਿਉਂ ਨਾ ਭਵ ਸਾਗਰ ਤੋਂ ਤਰ ਜਾਣਗੇ। ਇਤਿਹਾਦਿਕ ਗੱਲਾਂ ਕੀਤੀਆਂ ਆਪਸ ਵਿੱਚ ਰਲ ਕੇ। ਸੁੰਦਰ ਮੰਦਰ ਅੰਦਰ ਡੇਰਾ, ਕਰਵਾਵਿਓ ਸਾਦਰ ਤਿਸਬੇਰਾ। ਤੇ ਉੱਥੇ ਨਾ ਬੜੇ ਯੋਗ ਸਥਾਨ ਤੇ ਡੇਰਾ ਕਰਵਾਇਆ, ਬੜੇ ਯੋਗ ਸਥਾਨ ਤੇ ਬਾਬਾ ਬੁੱਢਾ ਸਾਹਿਬ ਦਾ ਗੁਰੂ ਪਿਆਰਿਓ ਲੰਗਰ ਤਿਆਰ ਕੀਤਾ ਗਿਆ। ਫਿਰ ਉਸ ਜਗ੍ਹਾ ਤੇ ਗੁਰੂ ਜੀ ਦੇ ਪਾਸ ਬੈਠ ਕੇ ਉਹਨਾਂ ਨੂੰ ਛਕਾਇਆ, ਸਾਰੀ ਸੈਨਾ 'ਚ ਲੰਗਰ ਵਰਤਾਇਆ। ਸੁਪਤਨ ਸਮੇਂ ਜਾਣ ਬ੍ਰਿਧ ਭਾਈ, ਮ੍ਰਿਧ ਸਹਿਜਾ ਸੁੰਦਰ ਡਸਵਾਈ। ਬਾਬਾ ਬੁੱਢਾ ਜੀ ਨੇ ਸੌਣ ਦਾ ਸਮਾਂ ਜਾਣ ਕੇ ਸਤਿਗੁਰੂ ਜੀ ਦਾ ਆਸਣ ਲਗਵਾਇਆ। ਆਪ ਆਪਣਾ ਆਸਣ ਧਰਤੀ ਤੇ ਹੀ ਕੀਤਾ। ਤਜ ਸਹਿਜਾ ਭੂਮਾਸਨ ਕਰੇ, ਬ੍ਰਿਧ ਸਾਹਿਬ ਕੇ ਢਿੱਗ ਗੁਰ ਥਿਰੇ। ਤੇ ਗੁਰੂ ਜੀ ਨੇ ਵੀ ਪਲੰਗ ਨੂੰ ਛੱਡ ਕੇ ਨਾ ਭੂਮੀ ਤੇ ਹੀ ਆਸਣ ਕਰ ਲਿਆ। ਬਾਬਾ ਬੁੱਢਾ ਜੀ ਦੇ ਪਾਸ ਬੈਠ ਗਏ। ਵੇਖੋ ਕਿੰਨਾ ਪ੍ਰੇਮ ਹੈ ਬਾਬਾ ਬੁੱਢਾ ਸਾਹਿਬ ਦਾ ਤੇ ਗੁਰੂ ਸਾਹਿਬ ਦਾ ਆਪਸ ਵਿੱਚ। ਰਾਤ ਸਮੇਂ ਬਚਨ ਬਿਲਾਸ ਕਰਦੇ ਰਹੇ। ਰਾਤ ਨੂੰ ਹੁਣ ਕਹਿੰਦੇ ਗੁਰੂ ਸਾਹਿਬ ਆਪਸ ਚ ਗੱਲਾਂ ਕਰਨ ਲੱਗੇ ਬਾਬਾ ਬੁੱਢਾ ਸਾਹਿਬ ਨਾਲ ਰਾਤ ਨੂੰ। ਗੁਰੂ ਨਾਨਕ ਸਾਹਿਬ ਜੀ ਦੀਆਂ ਗੱਲਾਂ ਤੇ ਸੇਵਕ ਜਾਣ ਦਇਆ ਰਸ ਢਰੀਆਂ, ਛੀਛਾ ਭਲੀ ਬਤਾਵਨ ਕਰੀਆਂ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ, ਗੁਰੂ ਅੰਗਦ ਸਾਹਿਬ ਜੀ ਦੇ, ਗੁਰੂ ਅਮਰਦਾਸ ਸਾਹਿਬ ਦੇ, ਗੁਰੂ ਰਾਮਦਾਸ ਸਾਹਿਬ ਦੇ, ਗੁਰੂ ਅਰਜਨ ਸਾਹਿਬ ਦੇ, ਸਾਨੂੰ ਕੋਈ ਸਿੱਖਿਆ ਦੇਵੋ। ਬਾਬਾ ਬੁੱਢਾ ਸਾਹਿਬ ਨੂੰ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ। ਮਤਲਬ ਇੰਨਾ ਸਿੱਖਾਂ ਨੂੰ, ਕਮਾਈ ਵਾਲਿਆਂ ਨੂੰ ਪ੍ਰੇਮ ਕਰਦੇ ਨੇ। ਅੱਗੋਂ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਤੁਸੀਂ ਆਪ ਨਾਰਾਇਣ ਹੋ, ਆਪ ਪਰਮਾਤਮਾ ਹੋ, ਛੇਵਾਂ ਸਰੂਪ ਧਾਰਨ ਕੀਤਾ ਹੈ। ਗਣ ਸਿੱਖਣ ਗੋ ਜਿਜ ਅਰ ਧਰਨੀ, ਧਰਿਓ ਦੇ ਰੱਛਾ ਇਨ ਕਰਨੀ। ਤੁਸੀਂ ਤਾਂ ਆਪ ਦੁਨੀਆ ਦੇ ਭਲੇ ਵਾਸਤੇ ਜਗਤ ਵਿੱਚ ਆਏ ਹੋ। ਜੋਗੀ ਲੋਕ ਆਪ ਜੀ ਦਾ ਧਿਆਨ ਧਾਰ ਕੇ ਆਰਾਧਨਾ ਕਰਦੇ ਨੇ। ਇਸ ਲਈ ਤੁਸੀਂ ਮਹਾਰਾਜ ਸਾਰਿਆਂ ਨੂੰ ਸਿੱਖਿਆ ਦੇਣ ਵਾਲੇ ਆਪ ਹੋ, ਮੈਂ ਤੁਹਾਨੂੰ ਕਿਹੜੀ ਸਿੱਖਿਆ ਦੇਵਾਂ। ਮਮ ਸੁਤ ਕੀ ਅਬ ਭੁਜਾ ਗਹੀਜੈ, ਮਮ ਸਮਾਨ ਹੀ ਨਿਤ ਨਿਭੀਜੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਨੂੰ, ਪਾਤਸ਼ਾਹ ਇੱਕੋ ਬੇਨਤੀ ਹੈ, ਮੇਰੇ ਪੁੱਤਰ ਦੀ ਬਾਹ ਫੜੋ, ਮੇਰੇ ਪੁੱਤਰ ਦੀ ਬਾਹ ਫੜੋ ਤੇ ਮੇਰੇ ਵਰਗਾ ਹੀ ਵਰਤਾਓ ਕਰਨਾ ਇਹਦੇ ਨਾਲ। ਜਿਵੇਂ ਮੇਰੇ ਨਾਲ ਪ੍ਰੇਮ ਕਰਦੇ ਰਹੇ ਹੋ, ਇਸ ਨਾਲ ਵੀ ਇਸੇ ਤਰ੍ਹਾਂ ਹੀ ਪ੍ਰੇਮ ਕਰਿਓ। ਮੇਰੀ ਬਾਤ ਜਥਾ ਨਿਰਬਾਹੀ, ਤਿਮ ਮਮ ਸੁਤ ਰਹਿ ਤੁਮਰੇ ਪਾਹੀ। ਮੇਰੀ ਗੱਲ ਨੂੰ ਜਿਵੇਂ ਉਹਨਾਂ ਨੇ ਨਿਭਾਇਆ ਹੈ, ਉਸ ਤਰ੍ਹਾਂ ਹੀ ਮੇਰਾ ਪੁੱਤਰ ਵੀ ਤੁਹਾਡੇ ਪਾਸ ਰਹੇ। ਇਮ ਕਹਿ ਆਪਣੋ ਸੁਤ ਬਲਵਾਇਓ, ਚਰਨ ਪਾਏ ਗੁਰ ਨਿਕਟ ਬਿਠਾਇਓ। ਆਪਣੇ ਪੁੱਤਰ ਨੂੰ ਬੁਲਾਇਆ, ਭਾਈ ਭਾਨੇ ਨੂੰ, ਬਾਬਾ ਬੁੱਢਾ ਸਾਹਿਬ ਨੇ।
बाबा बुड्ढा साहब ने अपने पुत्र भाई भाने नूं बुलाया ते गुरु साहब दे चरनां दे कोल बिठा दिता। फिर अपने पुत्र भाने दा हथ अपने हाथ च फड़ के गुरु साहब दे हथ विच दे दिता। श्री हर गोबिंद गह कर साथे राखी बाहे ताहे निज माथे। ते गुरु हरगोबिंद साहब ने भाई भाने दा हथ फड़ के उन्होंने अपने मत्थे ते रख लिया। कह बहु बिदसो धीरज दीना अपर करी चर्चा रस पीना। इस तरह कह के ना जी गुरु प्यारी साध संगत जी धीरज दिता ते बाबा बुड्ढा साहब नाल गल्लां करदे रहे। गुरु हरगोबिंद साहब जी गल्लां करदे रहे बाबा बुड्ढा साहब जी दे नाल ते पुत्र भाने दा हथ फड़ के अपने मत्थे नाल ला लिया। छेवें पातशाह महाराज ने वैसे जेड़े भाई भाना ने छोटे पुत्र ने बाबा बुड्ढा साहब दे। बाबा बुड्ढा साहब दे पहला पुत्र भाई सधारी, भाई भिखारी ते भाई महमू ते भाई भाना, ये चार पुत्र ने बाबा बुड्ढा साहब दे। गुरु प्यारी साध संगत जी पर भाई भाने दा हथ फड़ाया है गुरु हरगोबिंद साहब दे हथ विच। इसलिए तीन पैर जागते रहे, तीन पैर जागत ही रहे, तिन्ने पैर जागते रहे। बाबा बुड्ढा जी दीयां गल्लां सुनियां ते आप कहियां छेवें सतगुरां ने आप कहियां गल्लां। आयस गुर की ले उठ खरियो जल शीतल सो मज्जन करियो। फिर बाबा बुड्ढा जी की आग्ञा लैके उठ के खड़े होए। बाबा बुड्ढा जी गुरु जी की आग्ञा लैके तीन पैर जदों रात लंघ गई ना, चौथा पैर आ गया, अमृत वेला हो गया ते बाबा बुड्ढा जी गुरु जी की आग्ञा लैके उठ के खड़े होए ते शीतल जल दे नाल इशनान कीता बाबा बुड्ढा साहब ने। पुन श्री हरगोबिंद ढिग आयो बैठो सन्मुख उर रखायो। गुरु प्यारी साध संगत जी अमृत वेले का समा है। फिर इशनान करके ते गुरु हरगोबिंद साहब जी दे पास आए बाबा बुड्ढा साहब ते सामने बह गए। सामने बैठ के ते हिरदे विच बहुत प्रसन्न होए। एक चित हो के जपजी साहब का पाठ किया बाबा बुड्ढा साहब ने। सारा पाठ करके गुरु साहब वाले पासे वंदना की ते अपने सेवकां नूं कहना कीता। बाबा बुड्ढा साहब ने कहंदे जिहड़ा है कपड़ा विछा दिओ। थल्ले वस्त्र विछाए गए ते कहंदे शब्दां दा गायन करो। सब सुगंधता कर छिड़कावन सतनाम सिमरो हर खावन। सुगंधित वस्तुओं का छिड़काओ किया गुरु प्यारी साध संगत जी। सतनाम का सिमरन करो, ये गल कही ते जिवें जिवें बाबा बुड्ढा साहब ने कहा उन्होंने सेवकां ने उवें कीता। सारी संगत नूं इकत्तर करो, दीवे बाल के धरो। सुन बृद्ध हुक्म दास गण आए, कहियो जथा सब काज बनाए। बाबा बुड्ढा साहब का हुक्म सुन के सारे सेवक आ गए। जिवें उन्होंने आग्ञा की सी उस तरह ही सारे कारज किए। फिर बाबा बुड्ढा साहब जी ने गुरु हरगोबिंद साहब के अगे खड़े होके हाथ जोड़ के बेनती की। आयस दीजै अगर सधाऊं पर पदवी परम आप की पाऊं। आग्ञा देवो महाराज मैं आप जी अगे जावां। आग्ञा देवो मैं अगे जावां ते आप जी दी दित्ती हुई पदवी नूं प्राप्त करां। सतगुर कहियो बिराजो प्यारे गगन समान व्यापो सारे। सतगुरु कहन लगे हे प्यारे बिराजो। बिराजो का मतलब सी जाना करो। सुन पौढ़ियो
कुछ आसन ऊपर, सेत बस्तर को लीन तनूपर। ये सुन के ना जी फिर बाबा बुढ़ा साहब जिहड़ा थल्ले कपड़े विछाए हुए सी उहदे ते लेट गए, उत्ते चिट्टी चादर नूं लै लिया शरीर उपर। जिहड़ी मौत है संसारी लोकां लिए बहुत डराउनी है, पर रब्बी पुरखां लिए डराउनी नहीं है। रब्बी पुरखां नूं मौत नहीं आउंदी, वो आप जांदे ने, वो शरीर आप छड्डदे ने अपनी मर्जी मुताबक। उन्हां नूं पता हुंदा भी ये समा है, वो समय च रह के बस इन्ना फर्क है। एक नूं तां सत्कार नाल जाया जांदा है, जय जयकार हुंदी है, एक नूं धू धू के लिजाया जांदा है, खिच खिच के। जिहड़ा संसारी बंदा इहदा चित्त नहीं करदा जान नूं, इहनूं तां धक्का मुक्की हुंदी है ते धू धू के लैके जाया जांदा है। जिहड़े रब्बी पुरख ने धूण वाले तां उन्हां दे नेड़े भी नहीं आउंदे रब्बी पुरखां दे, वो आप जांदे ने, सगों उन्हां दा सत्कार हुंदा है, बड़ी जय जयकार हुंदी है। तुसीं आप सूझवान बैठे हो, समझ सकदे आपां फर्क भी धूके लिजाना ते एक लई जय जयकार होनी, एक नूं बड़े सत्कार दे नाल लैके जाना। ते लिजाण वाले भी वक्खो वखरे ने। भगतां नूं चंगियां रूहां लैण आउंदियां ने, पर संसारी लोकां नूं जम लैण आउंदे ने। इस लई चिट्टी चादर शरीर ते तान लई, अखां खोल के सामने वेखदे ने, सतगुरु दे दर्शन करदे ने। तन को त्याग प्राण जब गयो, गुर बिखै लै होवत भयो। गुरु प्यारिओ, तन नूं त्याग के प्राण निकल गए ते गुरु साहब दे अंदर ही विलीन हो गए। उत्थे शरीर खाली इस तरह पिया रह गया जिवें मानो हाथी ने फुल्लां दी माला गल विच पा दित्ती होवे। सुगम देह ते होयो भिन्न, जो गुर सो नित रहियो भिन्न। बड़ी आसानी नाल देह तो वखरे हो गए। धन जन्म नित पर उपकारी, जन सिੱਖੀ की नीम उसारी। कहंदे धन उन्हां दा जन्म है ਜਿਹੜੇ सदा पर उपकारी ਹਨ, जिन्हां सिੱਖੀ ਦੀ ਨੀਂਹ ਦੀ ਉਸਾਰੀ ਕੀਤੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ। ਗੁਰੂ ਪਿਆਰਿਓ, ਭਾਈ ਸੰਤੋਖ ਸਿੰਘ ਲਿਖਦੇ ਨੇ, ਜਦੋਂ ਬਾਬਾ ਬੁੱਢਾ ਸਾਹਿਬ ਨੇ ਸਰੀਰ ਤਿਆਗਿਆ, ਸਰੀਰ ਦਾ ਅੰਤ ਹੋਇਆ, ਦੇਵਤੇ ਆਏ, ਚੰਗੀਆਂ ਰੂਹਾਂ ਆਈਆਂ, ਸਾਰਿਆਂ ਨੇ ਧਰਤੀ ਜਲ ਆਕਾਸ਼ ਵਿੱਚ ਦੇਵਤਿਆਂ ਨੇ ਮਿਲ ਕੇ ਜੈ ਜੈਕਾਰ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸਨ, ਛੇਵੇਂ ਪਾਤਸ਼ਾਹ ਨੇ ਵੀ ਹੱਥ ਜੋੜ ਕੇ ਬੰਦਨਾ ਕੀਤੀ। ਉਧਰ ਬਾਣੀ ਦਾ ਗਾਇਨ ਹੋ ਰਿਹਾ ਆ, ਅੰਮ੍ਰਿਤ ਵੇਲਾ ਆ ਨਾ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਆ ਅੰਮ੍ਰਿਤ ਵੇਲੇ। ਕਿਉਂਕਿ 3 ਪਹਿਰ ਰਾਤ ਗੁਰੂ ਹਰਗੋਬਿੰਦ ਸਾਹਿਬ ਨਾਲ ਗੱਲਾਂ ਕਰਦਿਆਂ ਜਿਹੜੀ ਬਤੀਤ ਕੀਤੀ ਹੈ, ਤੇ ਉਹ ਗੁਰੂ ਨਾਲ ਗੱਲਾਂ ਕੋਈ ਆਮ ਗੱਲਾਂ ਥੋੜੀ ਨੇ, ਸੰਸਾਰੀ ਗੱਲਾਂ ਥੋੜੀ ਨੇ, ਗੁਰੂ ਦੀਆਂ ਗੱਲਾਂ ਨੇ। ਰੱਬੀ ਭਗਤਾਂ ਦੀਆਂ ਗੱਲਾਂ ਵੀ ਆਮ ਲੋਕਾਂ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਇਸ ਲਈ ਤੇ ਕੀਰਤਨ ਹੋ ਰਿਹਾ ਹੈ। ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਬਦ ਸੁਣਦਿਆਂ ਸਵੇਰ ਹੋ ਗਈ। ਸਤਿਗੁਰਾਂ ਜੀ ਨੇ ਕਹਿ ਕੇ ਤਿਆਰੀ ਕਰਵਾਈ ਤੇ ਬਬਾਨ ਤਿਆਰ ਕੀਤਾ ਗਿਆ, ਫੁੱਲਾਂ ਦੇ ਹਾਰ ਪਾਏ ਗਏ। ਬ੍ਰਿਧ ਕੋ ਤਬ ਇਸ਼ਨਾਨ ਕਰਵਾਇਓ। ਵੈਸੇ ਤਾਂ ਜਿਹੜੇ ਭਗਤ ਲੋਕ ਹੁੰਦੇ ਨੇ ਉਹ ਪਹਿਲਾਂ ਹੀ ਇਸ਼ਨਾਨ ਕਰ ਲੈਂਦੇ ਨੇ। ਜਿੰਨੇ ਵੀ ਮਹਾਂਪੁਰਖਾਂ ਦਾ ਤੁਸੀਂ ਅੰਤਲਾ ਸਮਾਂ ਪੜ੍ਹੋਗੇ, ਪਹਿਲਾਂ ਇਸ਼ਨਾਨ ਕਰ ਲੈਂਦੇ ਨੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦ ਹੋਣ ਤੋਂ ਪਹਿਲਾਂ ਇਸ਼ਨਾਨ ਕੀਤਾ, ਫਿਰ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਸ਼ਹੀਦੀ ਪਾਈ। ਗੁਰੂ ਅਰਜਨ ਸਾਹਿਬ ਜੀ ਦਾ ਵੀ ਐਵੇਂ ਹੀ ਆਪਾਂ ਪੜ੍ਹਿਆ ਸੀ। ਜਦੋਂ ਮਹਾਰਾਜ ਸਰੀਰ ਛੱਡਣ ਦਾ ਸਮਾਂ ਆਇਆ ਤੇ ਕਹਿੰਦੇ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ ਲਾਹੌਰ ਦੀ ਧਰਤੀ ਤੇ।
फिर उत्थे महाराज ने इशनान किया दरिया दे विच। इसलिए फिर बाबा बुढ़ा साहब के शरीर का इशनान करवाया, बबान के उपर शरीर नूं पाया गया, दशाले पाए गए सुंदर सुंदर। सतगुर आप बबान उठाले, सतगुरु जी ने आप बबान नूं मोढ़ा दिता। गुरु हरगोबिंद साहब जी ने भाना विधि चंद गरदास, संगत घनी लगी चौं पास। भाई भाना, भाई विधि चंद, भाई गुरदास ते होर बहुत संगत चारे पासे लग गई। बृध पोता तब चवर ढरावै, आगै गमन शब्द को गावै। बाबा बुढ़ा जी का पोतरा चौर कर रहा सी ते बाकी संगत शब्द का गायन करते अगे जा रहे सन। जदों बाबा बुढ़ा साहब के शरीर नूं लिजाया गया, छेवें पातशाह ने आप मोढ़ा दिता। गुरु प्यारी साध संगत जी, इस तरह सुंदर चंदन की चिखा चिनी गई बाबा बुढ़ा साहब दे लई। बाबा जी के शरीर उपर धर के उत्ते घ्यो वगैरह समगरी वगैरह पाई गई। भाने लेकर लांबू लायो, शब्द रुदन को तबै उठायो। खुद अरदास सतगुरां ने कीती ते भाई भानू भाने ने अगन भेटा कीती। गुरु प्यारी साध संगत जी, कर शनान गुरजुत समुदाय, सने सने डेरे को आए। बैठे लगायो अदक दीवान, मिली सकल ही संगत आन। आके फिर दीवान लाया महाराज ने संस्कार करने तो बाद। छेवें सतगुरु गुरु हरगोबिंद साहब महाराज ने इस तरह सतगुरु पातशाह धन गुरु हरगोबिंद साहब जी ने हथी अपने संस्कार किया। बाबा बुढ़ा साहब का भाव मोढ़ा दिता ते फिर महाराज उस वेले मौजूद ने कोल बाबा बुढ़ा साहब दे जदों शरीर छड्डिया। ये बाबा बुढ़ा साहब की अंतली इच्छा सी अपनी। सो ये अज दा जो आपां प्रसंग सांझ पाई बाबा बुढ़ा साहब जी का अंतला समा, ये सांझ आपां पाई है। इन्नी बेनती प्रवान करो जी। कोटान कोट शुक्र है महाराज दा आप संगत दा। आओ अंतली तुक पढ़ के समाप्ति करिए जी। हाथ जोर सब बेखै बखाना, श्री गुर संसा देहो ममहाना। वाहिगुरु जी का खालसा, वाहिगुरु जी की फतेह।